ਹੈਲੋ ਸਾਰਿਆਂ ਨੂੰ, ਇੰਜੀਨੀਅਰਿੰਗ ਡਰਾਇੰਗ ਅਤੇ ਕੰਪਿਊਟਰ ਗ੍ਰਾਫਿਕਸ ਦੇ ਸਾਡੇ ਨੇਪਟਲ ਆਨਲਾਈਨ ਸਰਟੀਫਿਕੇਸ਼ਨ ਕੋਰਸਾਂ ਵਿੱਚ ਤੁਹਾਡਾ ਸਵਾਗਤ ਹੈ। ਪਿਛਲੀ ਕਲਾਸ ਵਿੱਚ ਅਸੀਂ ਸੈਕਸ਼ਨ ਦੇ ਬਾਰੇ ਸਿੱਖੇ ਹਾਂ। ਅਸੀਂ ਇਸ ਕਲਾਸ ਵਿੱਚ ਅਸੀਂ ਹੋਰ ਸੈਕਸ਼ਨਲ ਵਿਊਜ਼ ਬਾਰੇ ਹੋਰ ਜਾਣੋ। ਇਸ ਸੈਕਸ਼ਨਲ ਵਿਊਜ਼ ਵਿੱਚ ਸਾਡੇ ਕੋਲ ਵੱਖ-ਵੱਖ ਟੌਪਿਕਸ ਹਨ, ਅਰਥਾਤ ਪੂਰੇ ਸੈਕਸ਼ਨ ਨੂੰ ਕਿਵੇਂ ਡਰਾ ਕਰਨਾ ਹੈ। ਜੇਕਰ ਇਹ ਹਾਫ ਸੈਕਸ਼ਨਲ ਵਿਊ ਹੈ ਤਾਂ ਇਹ ਕਿਵੇਂ ਦਿਖਾਈ ਦਿੰਦਾ ਹੈ। ਆਫਸੈਟ ਸੈਕਸ਼ਨ ਨੂੰ ਕਿਵੇਂ ਡਰਾ ਕਰਨਾ ਹੈ। ਘੁੰਮਣ ਵਾਲੇ ਸੈਕਸ਼ਨ ਨੂੰ ਕਿਵੇਂ ਪੇਸ਼ ਕਰਨਾ ਹੈ। ਇਹ ਉਹ ਚੀਜ਼ਾਂ ਹਨ ਜੋ ਅਸੀਂ ਅੱਜ ਦੀ ਕਲਾਸ ਵਿੱਚ ਸਿੱਖਾਂਗੇ। ਅਗਲੀਆਂ ਕਲਾਸਾਂ ਵਿੱਚ ਅਸੀਂ ਰਿਬ ਵੈਬ ਸੈਕਸ਼ਨਾਂ, ਅਲਾਈਨਡ ਸੈਕਸ਼ਨਾਂ ਬਾਰੇ ਹੋਰ ਜਾਣਾਂਗੇ। ਜੇਕਰ ਇਹ ਇੱਕ ਟੁੱਟੇ ਹੋਏ ਸੈਕਸ਼ਨ ਦੀ ਕਾਇੰਡ ਹੈ ਕਿ ਇਹ ਕਿਵੇਂ ਦਿਖਾਈ ਦਿੰਦਾ ਹੈ, ਅਤੇ ਜੇਕਰ ਕੋਈ ਪਾਰਟ ਹਟਾ ਦਿੱਤਾ ਜਾਂਦਾ ਹੈ ਤਾਂ ਉਸ ਨੂੰ ਕਿਵੇਂ ਪ੍ਰਸਤੁਤ ਕਰਨਾ ਹੈ। ਅਤੇ ਇੱਕ ਟਿਪੀਕਲ ਮਸ਼ੀਨ ਐਲੀਮੈਂਟ, ਜੇਕਰ ਅਸੀਂ ਇਸ ਨੂੰ ਇੱਕ ਕੱਟ ਸੈਕਸ਼ਨਲ ਵਿਊ ਤੇ ਪ੍ਰਸਤੁਤ ਕਰਨਾ ਚਾਹੁੰਦੇ ਹਾਂ ਤਾਂ ਇਹ ਕਿਵੇਂ ਪ੍ਰਸਤੁਤ ਕਰਨਾ ਹੈ। ਕਿ ਇਹ ਉਹ ਵਿਸ਼ੇ ਹਨ ਜੋ ਅਸੀਂ ਸੈਕਸ਼ਨਲ ਵਿਊ ਵਿੱਚ ਕਵਰ ਕਰਾਂਗੇ। ਆਓ ਪਹਿਲਾਂ ਪੂਰੇ ਸੈਕਸ਼ਨ ਤੇ ਪਹਿਲੇ ਪਾਰਟ ਦੀ ਸ਼ੁਰੂਆਤ ਕਰੀਏ ਅਤੇ ਹਾਫ ਸੈਕਸ਼ਨਲ ਵਿਊ ਦਾ ਪਹਿਲਾ ਵਿਸ਼ਾ ਜਿਸ ਨੂੰ ਅਸੀਂ ਕਵਰ ਕਰਦੇ ਹਾਂ ਉਹ ਪੂਰੇ ਸੈਕਸ਼ਨ ਦੀ ਨੁਮਾਇੰਦਗੀ ਹੈ। ਉਦਾਹਰਨ ਲਈ, ਆਓ ਅਸੀਂ ਇਸ ਤਰ੍ਹਾਂ ਦੇ ਆਬਜੈਕਟ ਨੂੰ ਸ਼ਾਇਦ ਕੈਮਰੇ ਦੇ ਲੈਂਸ ਦੇ ਇੱਕ ਪਾਰਟ ਤੇ ਕੰਸੀਡਰ ਕਰੀਏ ਜਿਸ ਤੇ ਅਸੀਂ ਇਸ ਕੈਮਰੇ ਦੇ ਆਬਜੈਕਟ ਤੋਂ ਲੰਘਦੇ ਇੱਕ ਮਿਡਪਲੇਨ ਤੇ ਇਸ ਨੂੰ ਸਹੀ ਤਰ੍ਹਾਂ ਕੱਟਣਾ ਚਾਹਾਂਗੇ, ਅਤੇ ਅਸੀਂ ਉਸ ਪੋਰਸ਼ਨ ਨੂੰ ਬਰਕਰਾਰ ਰੱਖਣਾ ਚਾਹੁੰਦੇ ਹਾਂ ਜੋ ਲੈਫਟ ਹੈਂਡ ਸਾਈਡ ਤੇ ਹੈ ਅਤੇ ਉਸ ਪੋਰਸ਼ਨ ਨੂੰ ਹਟਾਉਣਾ ਚਾਹਾਂਗਾ ਜੋ ਰਾਈਟ ਹੈਂਡ ਸਾਈਡ ਤੇ ਹੈ। ਅਸੀਂ ਇਸ ਕੱਟ ਸੈਕਸ਼ਨਲ ਪਲੇਨ ਰਾਹੀਂ ਇਸ ਨੂੰ ਦੋ ਇਕੁਅਲ ਪਾਰਟ ਵਿੱਚ ਵੰਡਦੇ ਹਾਂ। ਲੈਫਟ ਹੈਂਡ ਸਾਈਡ ਰੱਖੋ। ਕਲਪਨਾ ਕਰਨ ਦੀ ਕੋਸ਼ਿਸ਼ ਕਰੋ ਕਿ ਇਹ ਕਿਵੇਂ ਦਿਖਾਈ ਦਿੰਦਾ ਹੈ ਅਤੇ ਰਾਈਟ ਹੈਂਡ ਸਾਈਡ ਦਾ ਪਾਰਟ ਹਟਾਓ। ਇਹ ਅਸੀਂ ਆਈਸੋਮੈਟ੍ਰਿਕ ਵਿਊ ਤੇ ਬਾਹਰੋਂ ਉਸ ਕੈਮਰੇ ਦੇ ਆਬਜੈਕਟ ਦੇ ਇੰਟੀਰੀਅਰ ਵੇਰਵਿਆਂ ਨੂੰ ਜਾਣਨ ਲਈ ਕਰਦੇ ਹਾਂ। ਅਸੀਂ ਸਰਫੇਸ ਦੇ ਘੇਰੇ ਨੂੰ ਦੇਖਾਂਗੇ ਕਿ ਡਾਇਮੈਂਸ਼ਨ ਕੀ ਹਨ ਅਤੇ ਹੋਰ ਵੀ ਇਸ ਦੇ ਅੰਦਰ ਕਿਸ ਕਾਇੰਡ ਦੇ ਐਲੀਮੈਂਟ ਮੌਜੂਦ ਹਨ। ਜਦੋਂ ਤੱਕ ਅਸੀਂ ਇਸ ਇਮੈਜਿਨਰੀ ਕੱਟ ਪਲੇਨ ਨੂੰ ਨਹੀਂ ਲੈਂਦੇ ਅਸੀਂ ਅਸਲ ਵਿੱਚ ਉਹਨਾਂ ਵੇਰਵਿਆਂ ਨੂੰ ਨਹੀਂ ਦੇਖ ਸਕਦੇ ਹਾਂ। ਫਰਦਰ ਪਰਪਸ, ਅਸੀਂ ਅਸਲ ਵਿੱਚ ਇਸ ਸੈਕਸ਼ਨਲ ਵਿਊ ਨੂੰ ਦੇਖਦੇ ਹਾਂ ਅਤੇ ਇੱਥੇ ਪੂਰੇ ਆਬਜੈਕਟ ਨੂੰ ਅਸੀਂ ਦੋ ਇਕੁਅਲ ਪਾਰਟ ਵਿੱਚ ਸਲਾਈਸਿੰਗ ਕਰ ਰਹੇ ਹਾਂ ਅਤੇ ਇਸ ਨੂੰ ਹਟਾ ਰਹੇ ਹਾਂ। ਇੱਕ ਕਾਰਨ ਹੈ ਕਿ ਅਸੀਂ ਇਸ ਕਾਇੰਡ ਦੇ ਆਬਜੈਕਟ ਨੂੰ ਪੂਰਨ ਸੈਕਸ਼ਨਲ ਵਿਊ ਕਹਿੰਦੇ ਹਾਂ। ਇਸ ਲਈ ਰਾਈਟ ਹੈਂਡ ਸਾਈਡ ਪਾਰਟ ਨੂੰ ਹਟਾਉਣ ਤੋਂ ਬਾਅਦ ਬਚਿਆ ਹੋਇਆ ਪਾਰਟ ਇਹ ਹੈ। ਅਸੀਂ ਇਸ ਤਰ੍ਹਾਂ ਦੇ ਇੰਟੀਰੀਅਰ ਵੇਰਵੇ ਦੇਖ ਸਕਦੇ ਹਾਂ ਜਿਵੇਂ ਕਿ ਅਤੇ ਇੱਕ ਵਾਰ ਜਦੋਂ ਇਹ ਸਲਾਇਸ ਲੰਘਦਾ ਹੈ ਤਾਂ ਅਸੀਂ ਦੇਖਦੇ ਹਾਂ ਇੱਥੇ ਇੱਕ ਸਮੱਗਰੀ ਇਹ ਹੈ, ਅਤੇ ਕਿਉਂਕਿ ਅਸੀਂ ਉਸ ਦਿਸ਼ਾ ਵਿੱਚ ਇੱਕ ਸਲਾਇਸ ਲੈ ਰਹੇ ਹਾਂ ਸਾਡੇ ਕੋਲ ਉਹ ਸ਼ੇਪ ਹੈ। ਅਤੇ ਸਿਮਿਲਰਲੀ ਪਿਛੋਕੜ ਤੇ ਉੱਥੇ ਇੱਕ ਸ਼ੇਪ ਹੋ ਸਕਦੀ ਹੈ ਜੋ ਉਸ ਵਿੱਚੋਂ ਲੰਘ ਰਿਹਾ ਹੈ ਜੋ ਇਸ ਆਈਸੋਮੈਟ੍ਰਿਕ ਵਿਊ ਤੋਂ ਸਿੱਧੇ ਤੌਰ ਤੇ ਦਿਖਾਈ ਨਹੀਂ ਦਿੰਦਾ। ਪਰ ਜਦੋਂ ਸਾਡੇ ਕੋਲ ਇਹ ਪੂਰਾ ਸੈਕਸ਼ਨਲ ਵਿਊ ਹੁੰਦਾ ਹੈ ਤਾਂ ਅਸੀਂ ਅਸਲ ਵਿੱਚ ਦੇਖ ਸਕਦੇ ਹਾਂ ਕਿ ਪਿਛੋਕੜ ਵਿੱਚ ਕੀ ਹੈ। ਵੀ ਇਹ ਸਮੱਗਰੀ ਨਾਲ ਬਣੀ ਇੱਕ 3 ਡਾਇਮੈਂਸ਼ਨਲ ਆਬਜੈਕਟ ਹੈ। ਇਸ ਲਈ ਜਦੋਂ ਤੁਸੀਂ ਇਸ ਦੀ ਸਲਾਈਸਿੰਗ ਕਰ ਰਹੇ ਹੋ ਤਾਂ ਤੁਹਾਡੇ ਕੋਲ ਹਮੇਸ਼ਾ ਉਹਨਾਂ ਪੋਰਸ਼ਨ ਵਿੱਚ ਕੁਝ ਸਮੱਗਰੀ ਹੁੰਦੀ ਹੈ ਜਿੱਥੋਂ ਵੀ ਪਲੇਨ ਉਸ ਵਿੱਚੋਂ ਲੰਘ ਰਿਹਾ ਹੈ। ਅਸੀਂ ਇਸ ਨੂੰ ਹੈਚਡ ਲਾਈਨਾਂ ਦੁਆਰਾ ਦਿਖਾਵਾਂਗੇ। ਇਹ ਆਬਜੈਕਟ, ਜੇਕਰ ਅਸੀਂ ਨੁਮਾਇੰਦਗੀ ਕਰਨਾ ਚਾਹੁੰਦੇ ਹਾਂ ਇੱਕ ਪਲੇਨਰ ਵਿਊ ਦੇ ਰੂਪ ਵਿੱਚ, ਇਸ ਦਾ ਮਤਲਬ ਹੈ ਕਿ ਅਸੀਂ ਅਸਲ ਵਿੱਚ ਇਸ ਨੂੰ ਉਸ ਦਿਸ਼ਾ ਤੋਂ ਕਲਪਨਾ ਕਰਨਾ ਚਾਹੁੰਦੇ ਹਾਂ ਇਹ ਕਿਵੇਂ ਦਿਖਾਈ ਦਿੰਦਾ ਹੈ। ਹੁਣ ਪਲੇਨ ਜੋ ਵੀ ਕੱਟਦਾ ਹੈ ਉਹ ਪਾਰਟ ਹੀ ਅਸੀਂ ਇਸ ਨੂੰ ਕੱਟ ਸੈਕਸ਼ਨਲ ਵਿਊ ਦੁਆਰਾ ਦਿਖਾਵਾਂਗੇ। ਜੇਕਰ ਉਹ ਪਾਰਟ ਪਲੇਨ ਦੁਆਰਾ ਨਹੀਂ ਕੱਟਿਆ ਜਾਂਦਾ ਹੈ ਤਾਂ ਅਸੀਂ ਇਸ ਨੂੰ ਹੈਚਡ ਲਾਈਨਾਂ ਦੁਆਰਾ ਨਹੀਂ ਦਿਖਾਵਾਂਗੇ। ਇਹ ਹਨ ਹੈਚਡ ਲਾਈਨਾਂ। ਇਹ ਪਾਰਟ ਜਦੋਂ ਸਲਾਇਸ ਅਸੀਂ ਇਸ ਨੂੰ ਬਣਾਉਣ ਜਾ ਰਹੇ ਹਾਂ ਉਹ ਪਾਰਟ ਇਸ ਪਲੇਨ ਦੁਆਰਾ ਕੱਟਿਆ ਨਹੀਂ ਗਿਆ ਹੈ।
ਇਹ ਪਾਰਟ ਸਾਨੂੰ ਕਿਸੇ ਵੀ ਹੈਚ ਦੁਆਰਾ ਨਹੀਂ ਦਿਖਾਉਣਾ ਚਾਹੀਦਾ ਹੈ। ਉਹ ਪਾਰਟ ਉਹ ਹੈ। ਅਤੇ ਇਹ ਸਮੱਗਰੀ ਸਲਾਇਸ ਹੈ ਤਾਂ ਜੋ ਉਹ ਸਮੱਗਰੀ ਹੈ। ਆਓ ਕਿਸੇ ਹੋਰ ਰੰਗ ਦੀ ਵਰਤੋਂ ਕਰੀਏ। ਇਹ ਪਾਰਟ ਜੋ ਵੀ ਅਸੀਂ ਦੇਖ ਰਹੇ ਹਾਂ। ਇਹ ਚੀਜ਼ਾਂ ਹਨ। ਸਿਮਿਲਰਲੀ, ਬਾਟਮ ਵੀ। ਸਾਡੇ ਕੋਲ ਅਜਿਹੀ ਕਾਇੰਡ ਦੀ ਸਮੱਗਰੀ ਹੈ। ਸਾਡੇ ਕੋਲ ਅਜਿਹੀ ਸਮੱਗਰੀ ਹੈ। ਅਤੇ ਇਹ ਪਾਰਟ ਸਿਮਿਲਰਲੀ ਪਿਛੋਕੜ ਤੇ ਇਹ ਪਾਰਟ ਹੈ। ਪਲੇਨ ਦੁਆਰਾ ਕੱਟਿਆ ਨਹੀਂ ਗਿਆ। ਇਹ ਪਾਰਟ ਪਲੇਨ ਦੁਆਰਾ ਕੱਟਿਆ ਨਹੀਂ ਜਾਂਦਾ ਹੈ। ਅਸੀਂ ਇਸ ਨੂੰ ਕਿਸੇ ਵੀ ਹੈਚ ਦੁਆਰਾ ਨਹੀਂ ਦਿਖਾਉਂਦੇ ਹਾਂ। ਜਿੱਥੇ ਕਿਤੇ ਵੀ ਸਮੱਗਰੀ ਉਸ ਪਾਰਟ ਨੂੰ ਹਟਾ ਦਿੱਤੀ ਗਈ ਹੈ, ਅਸੀਂ ਇਸ ਨੂੰ ਹੈਚਡ ਲਾਈਨਾਂ ਦੁਆਰਾ ਦਿਖਾਵਾਂਗੇ। ਜੇ ਇਹ ਸਲਾਈਸਿੰਗ ਦੇ ਦੌਰਾਨ, ਜੇਕਰ ਅਸੀਂ ਉਸ ਸਮੱਗਰੀ ਨੂੰ ਹਟਾਉਣ ਦੀ ਪੋਜੀਸ਼ਨ ਵਿੱਚ ਨਹੀਂ ਹਾਂ ਤਾਂ ਅਸੀਂ ਇਸ ਨੂੰ ਹੈਚਡ ਲਾਈਨਾਂ ਦੁਆਰਾ ਨਹੀਂ ਦਿਖਾਉਂਦੇ ਹਾਂ। ਕਿਉਂਕਿ ਇਹ ਇੱਕ ਸਿਮੈਟ੍ਰਿਕ ਓਬਜੈਕਟ ਹੈ, ਅਸੀਂ ਇਸ ਨੂੰ ਹਮੇਸ਼ਾ ਸੈਂਟਰ ਲਾਈਨ ਇਨਫੋਰਮੇਸ਼ਨ ਦੁਆਰਾ ਦਿਖਾਉਂਦੇ ਹਾਂ। ਦੂਜੀ ਸਭ ਤੋਂ ਵੱਡੀ ਗੱਲ ਹੈ, ਅਸੀਂ ਹਮੇਸ਼ਾ ਨੁਮਾਇੰਦਗੀ ਕਰਦੇ ਹਾਂ। ਜੋ ਵੀ ਸੈਕਸ਼ਨ ਅਸੀਂ ਕੰਮ ਕੀਤਾ ਹੈ, ਹੇਠ ਦੇ ਨਾਲ, ਸੈਕਸ਼ਨ ਇਹ ਲੇਬਲ ਜੋ ਅਸੀਂ ਇਸ ਨੂੰ ਦਿਖਾਵਾਂਗੇ। ਮੈਂ ਇੱਕ ਸਲਾਇਸ ਲੈ ਸਕਦਾ ਹਾਂ। ਆਓ ਐਰੋ ਦੀ ਵਰਤੋਂ ਕਰੀਏ। ਇਹ ਇਸ ਲਈ ਐਰੋ ਦੀ ਦਿਸ਼ਾ ਦਰਸਾਉਂਦੀ ਹੈ। ਅਸੀਂ ਇਸ ਪਾਰਟ ਨੂੰ ਬਰਕਰਾਰ ਰੱਖਣ ਜਾ ਰਹੇ ਹਾਂ। ਅਤੇ ਅਸੀਂ ਇਸ ਪਾਰਟ ਨੂੰ ਹਟਾਉਣ ਜਾ ਰਹੇ ਹਾਂ। ਇਸ ਲਈ ਐਰੋ ਦੀ ਦਿਸ਼ਾ ਬਰਕਰਾਰ ਰੱਖਣ ਵਾਲੇ ਪਾਰਟ ਨੂੰ ਦਰਸਾਉਂਦੀ ਹੈ। ਅਤੇ ਜਦੋਂ ਮੈਂ ਟੌਪ ਵਿਊ ਤੋਂ ਦੇਖ ਰਿਹਾ ਹਾਂ, ਇਹ ਇਸ ਤਰ੍ਹਾਂ ਲੱਗਦਾ ਹੈ। ਇਹ ਲਾਈਨ ਵਾਂਗ ਇੱਕ ਕੱਟ ਪਲੇਨ ਹੈ। ਇਸ ਰਸਤੇ ਵਿੱਚ ਐਰੋ ਦੀ ਦਿਸ਼ਾ ਹੋਵੇਗੀ। ਇਹ ਪਾਰਟ ਇਸ ਨੂੰ ਬਰਕਰਾਰ ਰੱਖਦਾ ਹੈ। ਅਤੇ ਇਹ ਪਾਰਟ ਇਸ ਨੂੰ ਹਟਾ ਦਿੰਦਾ ਹੈ। ਇਸ ਲਈ ਆਮ ਤੌਰ ਤੇ ਅਸੀਂ ਪੇਸ਼ ਕਰਦੇ ਹਾਂ। ਅਸੀਂ ਇਸ ਕੱਟ ਸੈਕਸ਼ਨਲ ਵਿਊ ਲਈ ਕਿਸ ਪਾਰਟ ਨੂੰ ਪੇਸ਼ ਕਰ ਰਹੇ ਹਾਂ। ਇਸ ਲਈ ਉਸ ਲੇਬਲ ਦਾ ਜ਼ਿਕਰ ਕੀਤਾ ਜਾਣਾ ਚਾਹੀਦਾ ਹੈ। ਅਤੇ ਜਦੋਂ ਵੀ ਤੁਸੀਂ ਸਮੱਗਰੀ ਨੂੰ ਹਟਾਉਂਦੇ ਹੋ ਤਾਂ ਤੁਹਾਨੂੰ ਢੁਕਵੀਆਂ ਲਾਈਨਾਂ ਦੁਆਰਾ ਪ੍ਰਸਤੁਤ ਕਰਨਾ ਪੈਂਦਾ ਹੈ ਜੇਕਰ ਇਹ ਲੋਹੇ ਦੀ ਸਮੱਗਰੀ ਦੀ ਇੱਕ ਕਾਇੰਡ ਦੀ ਲਾਈਨ ਹੈ ਜੋ ਅਸੀਂ ਵਰਤਦੇ ਹਾਂ। ਜੇ ਇਹ ਬਰਾਂਜ਼, ਕੋਪਰ ਹੈ ਤਾਂ ਅਸੀਂ ਵੱਖ-ਵੱਖ ਤਰ੍ਹਾਂ ਦੀਆਂ ਚੀਜ਼ਾਂ ਦੀ ਵਰਤੋਂ ਕਰਾਂਗੇ। ਜੇ ਇਹ ਲੱਕੜ ਹੈ ਤਾਂ ਵੱਖ-ਵੱਖ ਕਾਇੰਡ ਦੀਆਂ ਲਾਈਨਾਂ। ਉਹਨਾਂ ਲਾਈਨਾਂ ਦੀ ਨੁਮਾਇੰਦਗੀ ਦੇ ਬੇਸ ਤੇ ਅਸੀਂ ਇਹ ਸਮਝਣ ਦੀ ਪੋਜੀਸ਼ਨ ਵਿੱਚ ਹੋਵਾਂਗੇ ਕਿ ਅਸੀਂ ਕਿਸ ਕਿਸਮ ਦੀ ਸਮੱਗਰੀ ਵਰਤ ਰਹੇ ਹਾਂ। ਆਮ ਤੌਰ ਤੇ ਜਦੋਂ ਤੁਸੀਂ ਇਸ ਨਿਰਮਾਣ ਪ੍ਰਕਿਰਿਆ ਦੌਰਾਨ, ਉਦਯੋਗਾਂ ਦੇ ਪ੍ਰੋਡਕਸ਼ਨ ਵਿੱਚ ਪ੍ਰੋਡਕਸ਼ਨ ਲਾਈਨਾਂ ਵਿੱਚ ਹੁੰਦੇ ਹੋ, ਡਰਾਇੰਗ ਸ਼ੀਟਾਂ ਵੰਡੀਆਂ ਜਾਣਗੀਆਂ ਅਤੇ ਉੱਥੇ ਅਸੀਂ ਅਸਲ ਵਿੱਚ ਇਹ ਸਮਝਣ ਦੀ ਪੋਜੀਸ਼ਨ ਵਿੱਚ ਹੋਵਾਂਗੇ ਕਿ ਅਸੀਂ ਕਿਸ ਕਾਇੰਡ ਦੇ ਪਾਰਟ ਦਾ ਨਿਰਮਾਣ ਕਰ ਰਹੇ ਹਾਂ ਅਤੇ ਅੰਦਰੂਨੀ ਤੌਰ ਤੇ ਕਿਸ ਕਾਇੰਡ ਦੀ ਸਮੱਗਰੀ ਵਰਤੀ ਗਈ ਹੈ। ਇੱਕ ਪਿਕਟੋਰੀਅਲੀ ਤਰੀਕੇ ਨਾਲ ਪੇਸ਼ ਕਰਨ ਲਈ ਯੋਜਨਾਬੱਧ ਆਮ ਤੌਰ ਤੇ ਅਸੀਂ ਪੂਰੇ ਓਬਜੈਕਟ ਨੂੰ ਇਹ ਟੌਪ ਵਿਊ ਵਿੱਚ ਦਿਖਾਉਂਦੇ ਹਾਂ। ਅਤੇ ਉੱਥੇ ਇਹ ਸੈਕਸ਼ਨ ਪਲੇਨ ਹੈ। ਜੇਕਰ ਅਸੀਂ ਕੁਝ ਇਹ ਟੌਪ ਦੀਆਂ ਚੀਜ਼ਾਂ ਤੋਂ ਦੇਖ ਰਹੇ ਹਾਂ, ਜਿਸ ਤਰੀਕੇ ਨਾਲ ਇਹ ਕਿਵੇਂ ਦਿਖਾਈ ਦਿੰਦਾ ਹੈ ਉਹ ਹਿੱਸਾ ਹੈ ਜੋ ਵੀ ਅਸੀਂ ਬਰਕਰਾਰ ਰੱਖਣ ਜਾ ਰਹੇ ਹਾਂ। ਦੁਆਰਾ ਦਿਖਾਓ, ਐਰੋ ਅਤੇ ਕੱਟ ਪਲੇਨ, ਲੰਬੀ ਡੈਸ਼ ਤੋਂ ਬਾਅਦ ਦੋ ਛੋਟੀਆਂ ਡੈਸ਼ਾਂ। ਅਤੇ ਇਸ ਤਰ੍ਹਾਂ ਹੋਰ, ਇਹ ਇੱਕ ਕੱਟ ਪਲੇਨ ਨੁਮਾਇੰਦਗੀ ਹੈ। ਅਤੇ ਅੰਦਰੂਨੀ ਤੌਰ ਤੇ ਸਾਡੇ ਕੋਲ ਇਹ ਛੁਪੀਆਂ ਲਾਈਨਾਂ ਹਨ ਜੋ ਕਿ ਇਹ ਲਾਈਨਾਂ ਹਨ ਜੋ ਅਸੀਂ ਇਸ ਨੂੰ ਡੈਸ਼ਡ ਲਾਈਨਾਂ ਦੁਆਰਾ ਦਿਖਾਵਾਂਗੇ ਕਿਉਂਕਿ ਅਸੀਂ ਇਸ ਪੋਰਸ਼ਨ ਨੂੰ ਬਰਕਰਾਰ ਰੱਖਦੇ ਹਾਂ, ਉਸ ਪੋਰਸ਼ਨ ਨੂੰ ਹਟਾਉਂਦੇ ਹਾਂ ਜੋ ਵੀ ਬਚਿਆ ਹੋਇਆ ਸੈਕਸ਼ਨ ਹੈ ਇਸ ਤਰ੍ਹਾਂ ਹੈ ਜਿਸ ਨੂੰ ਅਸੀਂ ਦਰਸਾਉਂਦੇ ਹਾਂ। ਜੇਕਰ ਅਸੀਂ ਅਜਿਹਾ ਕਰਦੇ ਹਾਂ ਸਾਰੇ ਓਬਜੈਕਟ ਦੇ ਨਾਲ, ਫਿਰ ਅਸੀਂ ਪੂਰੇ ਸੈਕਸ਼ਨਲ ਵਿਊ ਨੂੰ ਕਾਲ ਕਰਦੇ ਹਾਂ। ਮਹੱਤਵਪੂਰਨ ਪੁਆਇੰਟਸ ਹਨ। ਸੈਕਸ਼ਨਲ ਏਰੀਆ ਇਹ ਦ੍ਰਿਸ਼ਮਾਨ ਆਊਟਲਾਈਨ ਨਾਲ ਘਿਰਿਆ ਹੋਇਆ ਹੈ। ਜਦੋਂ ਤੁਸੀਂ ਇਹ ਦੇਖ ਰਹੇ ਹੋ, ਹਾਲਾਂਕਿ ਟੌਪ ਵਿਊ ਅਤੇ ਹੋਰ ਚੀਜ਼ਾਂ ਤੇ ਜਦੋਂ ਅਸੀਂ ਕੱਟ ਸੈਕਸ਼ਨ ਖੋਲ੍ਹਿਆ ਸੀ, ਅਸੀਂ ਡੈਸ਼ਡ ਲਾਈਨਾਂ ਦੁਆਰਾ ਪ੍ਰਸਤੁਤ ਕਰਦੇ ਹਾਂ ਪਰ ਕੱਟ ਹੋਣ ਤੋਂ ਬਾਅਦ, ਇਹ ਡੈਸ਼ਡ ਲਾਈਨ ਨਹੀਂ ਹੋਣੀ ਚਾਹੀਦੀ ਕਿਉਂਕਿ ਪਲੇਨ ਉਸ ਵਿੱਚੋਂ ਲੰਘ ਰਿਹਾ ਹੈ। ਇਸ ਲਈ ਇਹ ਲਾਈਨ ਇੱਕ ਨਿਰੰਤਰ ਲਾਈਨ ਹੋਣੀ ਚਾਹੀਦੀ ਹੈ। ਸਾਨੂੰ ਡੈਸ਼ਡ ਲਾਈਨਾਂ ਦੁਆਰਾ ਇਹ ਨਹੀਂ ਦਰਸਾਉਣਾ ਚਾਹੀਦਾ ਹੈ ਕਿ ਇਹ ਪੂਰੀ ਥਿੰਗ ਨਿਰੰਤਰ
ਹੋਣੀ ਚਾਹੀਦੀ ਹੈ ਜਦੋਂ ਕਿ ਕੱਟ ਸੈਕਸ਼ਨ ਨੂੰ ਹਟਾਏ ਬਿਨਾਂ ਟੌਪ ਵਿਊ ਵਿੱਚ ਇਹ ਡੈਸ਼ਡ ਲਾਈਨਾਂ ਹਨ। ਦੂਜਾ ਪੁਆਇੰਟ ਹੈ, ਕੱਟਣ ਵਾਲੇ ਪਲੇਨ ਦੇ ਪਿੱਛੇ ਦਿਖਾਈ ਦੇਣ ਵਾਲੇ ਏਜਸ ਨੂੰ ਦਿਖਾਇਆ ਜਾਣਾ ਚਾਹੀਦਾ ਹੈ। ਇਸ ਲਈ ਜੋ ਵੀ ਦਿਖਾਈ ਦੇਣ ਵਾਲੇ ਏਜਸ ਨੂੰ ਅਸੀਂ ਅਸਲ ਵਿੱਚ ਦੇਖ ਸਕਦੇ ਹਾਂ, ਉਹ ਹੋਣੇ ਚਾਹੀਦੇ ਹਨ। ਉਸ ਕੱਟਣ ਵਾਲੇ ਪਲੇਨ ਤੇ ਸਪਸ਼ਟ ਤੌਰ ਤੇ ਦਿਖਾਇਆ ਗਿਆ ਹੈ। ਜੇਕਰ ਇੱਥੇ ਕੋਈ ਲੁਕਵੀਂ ਵਿਸ਼ੇਸ਼ਤਾਵਾਂ ਹਨ, ਜੋ ਉਦਾਹਰਨ ਲਈ ਸੈਕਸ਼ਨਲ ਵਿਊ ਦੇ ਸਾਰੇ ਏਰੀਆ ਵਿੱਚ ਛੱਡੀਆਂ ਜਾਣੀਆਂ ਚਾਹੀਦੀਆਂ ਹਨ, ਅਸੀਂ ਇੱਥੇ ਇੱਕ ਸਲਾਇਸ ਬਣਾ ਰਹੇ ਹਾਂ ਪਰ ਇੱਥੇ ਅੰਦਰੂਨੀ ਪਾਰਟ ਹੋ ਸਕਦੇ ਹਨ ਜੋ ਇੱਥੇ ਸੈਕਸ਼ਨ ਦੇ ਪਿੱਛੇ ਕਿਤੇ ਲੁਕੇ ਹੋਏ ਹਨ, ਅੰਦਰੂਨੀ ਪਾਰਟ ਹੋ ਸਕਦੇ ਹਨ। ਪਰ ਜਦੋਂ ਅਸੀਂ ਕੱਟ ਸੈਕਸ਼ਨਲ ਵਿਊ ਨੂੰ ਦਰਸਾਉਂਦੇ ਹਾਂ ਤਾਂ ਸਾਨੂੰ ਇਸ ਕੱਟ ਸੈਕਸ਼ਨਲ ਥਿੰਗ ਤੇ ਉਹ ਲੁਕਿਆ ਹੋਇਆ ਪਾਰਟ ਨਹੀਂ ਦਿਖਾਉਣਾ ਚਾਹੀਦਾ ਹੈ। ਹਾਲਾਂਕਿ ਇਹ ਉਸ ਓਬਜੈਕਟ ਦਾ ਪਿਛਲਾ ਹਿੱਸਾ ਹੈ, ਜਿਵੇਂ ਕਿ ਛੁਪਿਆ ਹੋਇਆ ਹੈ, ਪਰ ਇੱਥੇ ਪ੍ਰਸਤੁਤ ਨਹੀਂ ਕੀਤਾ ਜਾਣਾ ਚਾਹੀਦਾ ਹੈ। ਉਦਾਹਰਨ ਲਈ ਅਸਧਾਰਨ ਅਪਵਾਦ ਹਨ, ਜੇਕਰ ਥ੍ਰੈਡ ਅਤੇ ਟੁੱਟੇ ਹੋਏ ਸੈਕਸ਼ਨ ਹਨ ਜੋ ਅਸੀਂ ਅਗਲੀ ਕਲਾਸ ਵਿੱਚ ਸਿੱਖਾਂਗੇ। ਉਸ ਟੁੱਟੇ ਹੋਏ ਸੈਕਸ਼ਨ ਦੇ ਦੌਰਾਨ ਅਸੀਂ ਅਸਲ ਵਿੱਚ ਉਸ ਡੈਸ਼ਡ ਕਾਇੰਡ ਦੀਆਂ ਲਾਈਨਾਂ ਨੂੰ ਦਿਖਾ ਸਕਦੇ ਹਾਂ। ਪਰ ਜ਼ਿਆਦਾਤਰ ਮਾਮਲਿਆਂ ਵਿੱਚ, ਜੇਕਰ ਕੋਈ ਛੁਪੀ ਚੀਜ਼ ਹੈ ਜੋ ਸਾਨੂੰ ਕੱਟ ਸੈਕਸ਼ਨ ਲੈਣ ਤੋਂ ਬਾਅਦ ਨਹੀਂ ਦਿਖਾਉਣੀ ਚਾਹੀਦੀ ਹੈ, ਤਾਂ ਇਹ ਸਟੈਂਡਰਡ ਪ੍ਰਤੀਨਿਧਤਾ ਹੈ। ਹੁਣ, ਸਾਨੂੰ ਅਸਲ ਵਿੱਚ ਕਿਸ ਕਿਸਮ ਦੀਆਂ ਲਾਈਨਾਂ ਨੂੰ ਦਿਖਾਉਣਾ ਚਾਹੀਦਾ ਹੈ ਕਿ ਸਮੱਗਰੀ ਦੇ ਬੇਸ ਤੇ ਤਾਂ ਸਾਡੇ ਕੋਲ ਇੱਕ ਡੇਟਾ ਬੁੱਕ ਹੋਵੇਗੀ ਜਿੱਥੇ ਅਸੀਂ ਸੱਚਮੁੱਚ ਦੇਖ ਸਕਦੇ ਹਾਂ ਕਿ ਕੀ ਇਹ ਲੋਹੇ ਦੀ ਸਮੱਗਰੀ ਹੈ। ਉਦਾਹਰਨ ਲਈ, ਜੇਕਰ ਇਹ ਕਾਸਟ ਆਇਰਨ ਹੈ, ਜਾਂ ਸਾਰੀਆਂ ਸਮੱਗਰੀਆਂ ਦੀ ਆਮ ਵਰਤੋਂ ਹੈ, ਤਾਂ ਅਸੀਂ ਇਨਕਲਾਈਨ 45 ਡਿਗਰੀ ਲਾਈਨ ਦੁਆਰਾ ਇੱਕ ਹੈਚ ਦੇ ਰੂਪ ਵਿੱਚ ਦਰਸਾਉਂਦੇ ਹਾਂ, ਅਤੇ ਇਹ ਉਹ ਪੈਰਲਲ ਲਾਈਨ ਹਨ ਜੋ ਸਾਨੂੰ ਅਸਲ ਵਿੱਚ ਦਰਸਾਉਣੀਆਂ ਹਨ। ਇਸ ਲਈ ਆਪਣੇ ਮਿਨੀ ਡਰਾਫਟਰ ਦੀ ਵਰਤੋਂ ਕਰਕੇ ਤੁਸੀਂ ਅਸਲ ਵਿੱਚ ਇਹਨਾਂ ਪੈਰਲਲ ਲਾਈਨ ਨੂੰ ਡਰਾ ਕਰ ਸਕਦੇ ਹੋ। ਜੇਕਰ ਇਹ ਇੱਕ ਸਟੀਲ ਹੈ, ਇਹ ਸਿਰਫ ਪੈਰਲਲ ਲਾਈਨ ਨਹੀਂ ਹਨ ਬਲਕਿ ਦੋ ਪੈਰਲਲ ਲਾਈਨ ਹਨ ਜੋ ਸਾਨੂੰ ਇੱਕ ਗੈਪ ਨਾਲ ਦਿਖਾਉਣੀਆਂ ਹਨ। ਇਸ ਕਾਇੰਡ ਦੀ ਨੁਮਾਇੰਦਗੀ ਸਟੀਲ ਨੂੰ ਦਰਸਾਉਂਦੀ ਹੈ। ਜੇਕਰ ਇਹ ਬਰਾਸ, ਬਰੋਂਜ਼ ਜਾਂ ਕੋਪਰ ਦੀ ਸਮੱਗਰੀ ਵਰਗੀ ਕੋਈ ਥਿੰਗ ਹੈ, ਇਸ ਕਾਇੰਡ ਦੀ ਨਰਮ ਸਮੱਗਰੀ, ਅਸੀਂ ਇਸ ਨੂੰ ਇੱਕ ਹੈਚਡ ਲਾਈਨ ਦੁਆਰਾ ਦਰਸਾਉਂਦੇ ਹਾਂ ਅਤੇ ਇੱਕ ਡੈਸ਼ਡ ਲਾਈਨ ਦੁਆਰਾ ਦਿਖਾਉਂਦੇ ਹਾਂ। ਦੁਬਾਰਾ ਇੱਕ ਨਿਰੰਤਰ ਲਾਈਨ ਦੇ ਬਾਅਦ, ਇਹ ਉਹ ਤਰੀਕਾ ਹੈ ਜਿਸ ਤਰ੍ਹਾਂ ਅਸੀਂ ਸਮੱਗਰੀ ਨੂੰ ਦਰਸਾਉਂਦੇ ਹਾਂ। ਆਓ ਅਸੀਂ ਸਿਮੈਟ੍ਰਿਕ ਓਬਜੈਕਟ ਬਾਰੇ ਹੋਰ ਵੇਰਵੇ ਵੇਖੀਏ। ਇੱਥੇ ਸਾਡੇ ਕੋਲ ਇਸ ਕਾਇੰਡ ਦੀ ਸਰਕੂਲਰ ਸਿਮੈਟਰੀ ਅਜ਼ੀਮੂਥਲੀ ਸਿਮੈਟ੍ਰਿਕ ਓਬਜੈਕਟ ਹੈ, ਅਤੇ ਅਸੀਂ ਇਸ ਨੂੰ ਉਸ ਪਲੇਨ ਦੇ ਨਾਲ ਕੱਟਣਾ ਚਾਹਾਂਗੇ, ਜਿਸ ਦਾ ਮਤਲਬ ਹੈ ਕਿ ਕੰਪਿਊਟਰ ਲਈ ਨੋਰਮਲ ਜੋ ਤੁਸੀਂ ਉਸ ਓਬਜੈਕਟ ਦਾ ਇੱਕ ਸਲਾਇਸ ਲੈਣ ਜਾ ਰਹੇ ਹੋ। ਜੇਕਰ ਮੈਂ ਇਸ ਪਲੇਨ ਦੀ ਨੁਮਾਇੰਦਗੀ ਕਰਨ ਜਾ ਰਿਹਾ ਹਾਂ ਤਾਂ ਅਸਲ ਵਿੱਚ ਇਸ ਤਰੀਕੇ ਨਾਲ ਚੱਲਦਾ ਹੈ, ਅਤੇ ਐਰੋ ਦੀ ਦਿਸ਼ਾ ਵਾਲੇ ਪਾਰਟ ਨੂੰ ਬਰਕਰਾਰ ਰੱਖਦਾ ਹੈ, ਜਿਸ ਦਾ ਮਤਲਬ ਹੈ ਕਿ ਇਸ ਪਾਰਟ ਨੂੰ ਬਰਕਰਾਰ ਰੱਖੋ। ਇਸ ਪਾਰਟ ਨੂੰ ਹਟਾਓ। ਇੱਕ ਵਾਰ ਜਦੋਂ ਅਸੀਂ ਇਸ ਪਾਰਟ ਨੂੰ ਪੂਰਾ ਕਰ ਲੈਂਦੇ ਹਾਂ ਜੋ ਅਸੀਂ ਬਰਕਰਾਰ ਰੱਖਣ ਜਾ ਰਹੇ ਹਾਂ, ਜੋ ਅਸੀਂ ਇਸ ਨੂੰ ਇੱਥੇ ਦਿਖਾ ਰਹੇ ਹਾਂ, ਤੁਸੀਂ ਇਸ ਓਬਜੈਕਟ ਦੇ ਅੰਦਰੂਨੀ ਸਟਰਕਚਰ ਨੂੰ ਦੇਖ ਸਕਦੇ ਹੋ। ਇਸ ਵਿੱਚ ਇੱਕ ਬੋਰ ਡਰਿਲਡ ਬੋਰ ਹੈ। ਉਸ ਪੋਰਸ਼ਨ ਅਤੇ ਸਮੱਗਰੀ ਨੂੰ ਇਸ ਤਰੀਕੇ ਨਾਲ ਭਰਿਆ ਜਾਂਦਾ ਹੈ ਕਿਉਂਕਿ ਦੋ ਪੈਰਲਲ ਲਾਈਨਾਂ ਇਸ ਦੁਆਰਾ ਵੱਖ ਕੀਤੀਆਂ ਜਾਂਦੀਆਂ ਹਨ, ਇਸ ਲਈ ਇਹ ਇੱਕ ਸਟੀਲ ਓਬਜੈਕਟ ਹੈ। ਅਤੇ ਦੂਜੀ ਗੱਲ ਇਹ ਮੰਨੀ ਜਾਂਦੀ ਹੈ ਕਿ ਇਸ ਦੀ ਇੱਕ ਨਿਰੰਤਰ ਲਾਈਨ ਪ੍ਰਤੀਨਿਧਤਾ ਹੋਣੀ ਚਾਹੀਦੀ ਹੈ। ਅਤੇ ਇਹ ਸਮੱਗਰੀ ਨੂੰ ਦਰਸਾਉਂਦੀ ਹੈ। ਆਓ ਇੱਕ ਹੋਰ ਉਦਾਹਰਨ ਲਈਏ। ਇੱਥੇ ਸਾਡੇ ਕੋਲ ਇੱਕ ਓਬਜੈਕਟ ਹੈ ਅਤੇ ਕੱਟ ਪਲੇਨ ਸੈਕਸ਼ਨ, ਆਓ ਅਸੀਂ ਇਹਨੂੰ ਇਹ ਕਹੀਏ। ਇਸ ਪੋਰਸ਼ਨ ਨੂੰ ਬਰਕਰਾਰ ਰੱਖੋ। ਜੇ ਮੈਂ ਉਸ ਸੈਕਸ਼ਨਲ ਵਿਊ ਨੂੰ ਦਿਖਾਉਣ ਤੋਂ ਬਾਅਦ ਉਸ ਸਮੱਗਰੀ ਨੂੰ ਦਰਸਾਉਣਾ ਚਾਹੁੰਦਾ ਹਾਂ ਤਾਂ ਇਸ ਪਾਰਟ ਨੂੰ ਹਟਾਓ। ਮੈਨੂੰ ਇਸ ਤਰ੍ਹਾਂ ਦੇ ਨਾਲ ਨਹੀਂ ਦਿਖਾਉਣਾ ਚਾਹੀਦਾ। ਲੁਕੀਆਂ ਲਾਈਨਾਂ, ਇਹ ਗਲਤ ਹੈ। ਦੂਜੀ ਗੱਲ ਇਹ ਹੈ ਕਿ ਜਦੋਂ ਤੁਸੀਂ ਕੱਟ ਪਲੇਨ ਰਾਹੀਂ ਸਮੱਗਰੀ ਨੂੰ ਹਟਾਉਂਦੇ ਹੋ ਤਾਂ ਇਹ ਮੰਨਿਆ ਜਾਂਦਾ ਹੈ ਕਿ ਇਹ ਹੈਚਡ ਲਾਈਨਾਂ
ਹੋਣਗੀਆਂ ਉਹ ਹੈਚਡ ਲਾਈਨਾਂ ਵੀ ਗਾਇਬ ਹਨ, ਇਸ ਲਈ ਇਹ ਇੱਕ ਗਲਤ ਪ੍ਰਤੀਨਿਧਤਾ ਹੈ। ਸਹੀ ਨੁਮਾਇੰਦਗੀ ਉਹ ਚੀਜ਼ਾਂ ਕਰ ਰਹੀ ਹੈ। ਅਤੇ ਇਹ ਲਗਾਤਾਰ ਲਾਈਨਾਂ ਵੀ ਹੋਣ। ਹੁਣ ਅਸੀਂ ਹਾਫ ਸੈਕਸ਼ਨਲ ਵਿਊ ਨੂੰ ਦੇਖਾਂਗੇ। ਇਸ ਲਈ ਇੱਕ ਹਾਫ ਸੈਕਸ਼ਨ ਇੱਕ ਹਾਫ ਓਬਜੈਕਟ ਦੇ ਇੰਟੀਰੀਅਰ ਪਾਰਟ ਨੂੰ ਉਜਾਗਰ ਕਰਦਾ ਹੈ, ਜਦੋਂ ਕਿ ਦੂਜੇ ਹਾਫ ਦੇ ਐਕਸਟੀਰੀਅਰ ਪਾਰਟ ਨੂੰ ਬਰਕਰਾਰ ਰੱਖਦਾ ਹੈ। ਅਤੇ ਇਹ ਹਾਫ ਸੈਕਸ਼ਨ ਮੁੱਖ ਤੌਰ ਤੇ ਸਿਮੈਟ੍ਰਿਕ ਓਬਜੈਕਟ ਲਈ ਵਰਤੇ ਜਾਂਦੇ ਹਨ। ਪੂਰਾ ਸੈਕਸ਼ਨਲ ਵਿਊ ਤੁਹਾਨੂੰ ਇਸ ਸਿਮੈਟਰੀ ਦੀ ਲੋੜ ਨਹੀਂ ਹੈ। ਪਰ ਹਾਫ ਸੈਕਸ਼ਨਲ ਵਿਊ ਦੀ ਨੁਮਾਇੰਦਗੀ ਕਰਨਾ ਫਾਇਦੇਮੰਦ ਹੈ ਕਿਉਂਕਿ ਸਾਨੂੰ ਪੂਰੇ ਓਬਜੈਕਟ ਨੂੰ ਭਰਨ ਦੀ ਲੋੜ ਨਹੀਂ ਹੈ ਇਸ ਹੈਚਡ ਲਾਈਨਾਂ ਦੁਆਰਾ, ਕਿਉਂਕਿ ਉਹਨਾਂ ਕੋਲ ਰੋਟੇਸ਼ਨਲੀ ਸਿਮੈਟ੍ਰਿਕ ਚੀਜ਼ ਹੈ। ਉਸ ਪੋਰਸ਼ਨ ਦਾ ਕੁਝ 1/4 ਹਿੱਸਾ ਅਸੀਂ ਇਸ ਨੂੰ ਹਟਾ ਦੇਵਾਂਗੇ ਅਤੇ ਬਾਕੀ ਬਚੇ ਪਾਰਟ ਨੂੰ ਹਾਫ ਸੈਕਸ਼ਨ ਦੁਆਰਾ ਦਿਖਾਵਾਂਗੇ। ਆਓ ਅਸੀਂ ਇਸ ਨੂੰ ਵੇਖੀਏ। ਉਦਾਹਰਨ ਲਈ, ਸਾਡੇ ਕੋਲ ਇਹ ਓਬਜੈਕਟ ਹੈ। ਇਹ ਹੁਣ ਸਰਕੂਲਰ ਸਿਮੈਟ੍ਰਿਕ ਹੈ। ਜੇਕਰ ਮੈਂ ਅਸਲ ਵਿੱਚ ਪ੍ਰਸਤੁਤ ਕਰਨਾ ਚਾਹੁੰਦਾ ਹਾਂ ਤਾਂ ਮੈਨੂੰ ਇਸ ਸਾਰੇ ਪਾਰਟ ਅਤੇ ਇਸ ਸਾਰੇ ਪਾਰਟ ਨੂੰ ਹੈਚ ਕਰਨ ਦੀ ਲੋੜ ਨਹੀਂ ਹੈ। ਇਹ ਅਸਲ ਵਿੱਚ ਉਸੇ ਕੈਮਰੇ ਲਈ ਇੱਕ ਕੈਮਰਾ ਲੈਂਸ ਹੈ। ਮੈਂ ਇਸ ਦੀ ਸਿਰਫ 1/4 ਤਿਮਾਹੀ ਨੂੰ ਦਰਸਾਉਂਦਾ ਹਾਂ ਕਿਉਂਕਿ ਹੈਚਡ ਲਾਈਨਾਂ ਇਸ ਤਰ੍ਹਾਂ ਉਦੇਸ਼ ਨੂੰ ਪੂਰਾ ਕਰਦੀਆਂ ਹਨ। ਇਸ ਤਰ੍ਹਾਂ ਦੀਆਂ ਚੀਜ਼ਾਂ ਜੇਕਰ ਅਸੀਂ ਕਰਨ ਜਾ ਰਹੇ ਹਾਂ ਤਾਂ ਅਸੀਂ ਇਸ ਨੂੰ ਹਾਫ ਸੈਕਸ਼ਨਲ ਥਿੰਗ ਕਹਿੰਦੇ ਹਾਂ। ਉਦਾਹਰਨ ਲਈ, ਆਓ ਇੱਕ ਹੋਰ ਓਬਜੈਕਟ ਚੁਣੀਏ। ਇਸ ਲਈ ਸਾਡੇ ਕੋਲ ਇਸ ਓਬਜੈਕਟ ਲਈ ਇਸ ਦਿਸ਼ਾ ਵਿੱਚ ਸਿਮੈਟਰੀ ਹੈ। ਇਸ ਲਈ ਹੁਣ ਮੈਂ ਇਸ ਪਾਰਟ ਨੂੰ ਹਟਾ ਸਕਦਾ ਹਾਂ ਅਤੇ ਇਸ ਪਾਰਟ ਨੂੰ ਹਟਾ ਸਕਦਾ ਹਾਂ ਅਤੇ ਇਸ ਪਾਰਟ ਨੂੰ ਬਰਕਰਾਰ ਰੱਖ ਸਕਦਾ ਹਾਂ। ਇਹ ਦੇਖਣ ਦੀ ਕੋਸ਼ਿਸ਼ ਕਰੋ ਕਿ ਇਹ ਕਿਵੇਂ ਦਿਖਾਈ ਦਿੰਦਾ ਹੈ। ਇਸ ਲਈ, ਜੇਕਰ ਇਹ ਕੱਟ ਪਲੇਨ ਥਿੰਗ ਹੈ, ਤਾਂ ਇਸ ਪਾਰਟ ਨੂੰ ਬਰਕਰਾਰ ਰੱਖੋ। ਇਹ ਕੱਟ ਪਲੇਨ ਉਸ ਪਾਰਟ ਨੂੰ ਬਰਕਰਾਰ ਰੱਖਦਾ ਹੈ। ਇਸ ਲਈ, ਮੇਰਾ ਪਲੇਨ ਅਸਲ ਵਿੱਚ ਇੱਕ ਆਈ ਐਂਗਲ ਪਲੇਨ ਵਾਂਗ ਇਸ ਤਰੀਕੇ ਨਾਲ ਜਾਂਦਾ ਹੈ। ਮੈਂ ਸੱਚਮੁੱਚ ਇੱਕ ਸਲਾਇਸ ਬਣਾਉਣਾ ਚਾਹਾਂਗਾ ਅਤੇ ਇਸ ਹਿੱਸੇ ਨੂੰ ਇਸ ਤਰ੍ਹਾਂ ਰੱਖਣਾ ਚਾਹਾਂਗਾ ਕਿ ਇਹ ਕਿਵੇਂ ਦਿਖਾਈ ਦਿੰਦਾ ਹੈ। ਇਸ ਤਰ੍ਹਾਂ ਦੇ ਉਦੇਸ਼ ਲਈ ਅਸੀਂ ਹਾਫ ਸੈਕਸ਼ਨ ਦੀ ਵਰਤੋਂ ਕਰਦੇ ਹਾਂ। ਇਸ ਲਈ, ਜੇਕਰ ਮੈਂ ਉਸ ਪਾਰਟ ਨੂੰ ਵਿਜ਼ੂਅਲੀ ਤੌਰ ਤੇ ਹਟਾ ਦਿੰਦਾ ਹਾਂ ਤਾਂ ਤੁਹਾਡੇ ਕੋਲ ਅਜਿਹੀ ਸਮੱਗਰੀ ਹੈ ਜੋ ਇੱਥੇ ਦਿਖਾਈ ਦੇ ਰਹੀ ਹੈ। ਅਸੀਂ ਇਸ ਪਾਰਟ ਨੂੰ ਨਹੀਂ ਹਟਾਇਆ, ਇਸ ਲਈ ਅਸੀਂ ਇਸ ਨੂੰ ਹੈਚ ਦੁਆਰਾ ਨਹੀਂ ਦਿਖਾਉਂਦੇ। ਅਤੇ ਦੁਬਾਰਾ ਇਸ ਪਾਰਟ ਨੂੰ ਹਟਾ ਦਿੱਤਾ ਜਾਂਦਾ ਹੈ ਤਾਂ ਅਸੀਂ ਇਸ ਨੂੰ ਹੈਚ ਲਾਈਨਾਂ ਕਰਕੇ ਦਿਖਾਉਂਦੇ ਹਾਂ। ਇਸੇ ਤਰ੍ਹਾਂ ਇਸ ਪਾਰਟ ਨੂੰ ਅਸੀਂ ਹਟਾ ਦਿੱਤਾ ਹੈ। ਇਸ ਲਈ ਅਸੀਂ ਇਸ ਨੂੰ ਹੈਚਡ ਲਾਈਨਾਂ ਦੁਆਰਾ ਦਿਖਾਉਂਦੇ ਹਾਂ। ਜੇਕਰ ਅਸੀਂ ਟੌਪ ਵਿਊ ਤੋਂ ਦੇਖ ਰਹੇ ਹਾਂ ਤਾਂ ਇਹ ਉਹ ਓਬਜੈਕਟ ਹੈ ਕਿ ਸਰਕੂਲਰ ਹੋਲ ਕਿਵੇਂ ਦਿਖਾਈ ਦਿੰਦਾ ਹੈ ਅਤੇ ਇਸ ਤਰ੍ਹਾਂ ਹੋਰ ਉਸ ਪੋਰਸ਼ਨ ਤੇ ਜੋ ਸਾਨੂੰ ਹਟਾਉਣਾ ਹੈ ਉਸ ਨੂੰ ਬਰਕਰਾਰ ਰੱਖਣਾ ਹੈ। ਇਸ ਲਈ ਸਾਡੇ ਕੋਲ ਇਹ ਪਲੇਨ ਇਨਫੋਰਮੇਸ਼ਨ ਹੈ ਜੋ ਕਿ ਜਾਂਦੀ ਹੈ ਅਤੇ ਅਸੀਂ ਇਸ ਨੂੰ ਇਸ ਦਿਸ਼ਾ ਵਿੱਚ ਵੀ ਹਟਾਉਣਾ ਚਾਹੁੰਦੇ ਹਾਂ। ਇਸ ਲਈ ਇਹ ਜਾਂਦਾ ਹੈ ਅਤੇ ਇਸ ਨੂੰ ਹਾਫ ਸੈਕਸ਼ਨਲ ਵਿਊ ਵਿੱਚ ਹਟਾਓ। ਬਰਕਰਾਰ ਰੱਖੋ। ਜੇਕਰ ਇਹ ਇੱਕ ਪੂਰਾ ਸੈਕਸ਼ਨ ਹੈ ਤਾਂ ਇਹ ਉੱਥੇ ਜਾਂਦਾ ਹੈ। ਸਾਨੂੰ ਇਸ ਦੀ ਲੋੜ ਨਹੀਂ ਹੈ। ਇਸ ਲਈ ਇਹ ਪਾਰਟ ਜੋ ਵੀ ਅਸੀਂ ਪ੍ਰਾਪਤ ਕਰਨ ਜਾ ਰਹੇ ਹਾਂ, ਉਹ ਇੱਥੇ ਓਬਜੈਕਟ ਦੀ ਹੋਰ ਇਨਫੋਰਮੇਸ਼ਨ ਨੂੰ ਦਰਸਾਉਂਦਾ ਹੈ। ਇਸ ਅਰਥ ਵਿੱਚ ਹੋਰ ਇਨਫੋਰਮੇਸ਼ਨ, ਜਿਵੇਂ ਕਿ ਅਸੀਂ ਅਸਲ ਵਿੱਚ ਉਸ ਹੋਲ ਨੂੰ ਵੇਖਣ ਦੀ ਪੋਜੀਸ਼ਨ ਵਿੱਚ ਹੋਵਾਂਗੇ। ਉਹ ਹੋਲ ਉੱਥੇ ਨਹੀਂ ਹੈ ਅਤੇ ਇਹ ਪੋਰਸ਼ਨ ਹਾਫ ਸਮਾਨ ਸਮੱਗਰੀ ਹੈ। ਇਸ ਲਈ ਸਾਨੂੰ ਇਸ ਹੈਚਿੰਗ ਥਿੰਗ ਨੂੰ ਦਿਖਾਉਣ ਦੀ ਲੋੜ ਨਹੀਂ ਹੈ। ਇਸ ਲਈ ਜੇਕਰ ਮੈਂ ਇਸ ਓਬਜੈਕਟ ਨੂੰ ਇਸ ਪਾਰਟ ਦੀ ਕਲਪਨਾ ਕਰ ਰਿਹਾ ਹਾਂ ਜਿੱਥੇ ਹੈਚਡ ਪੋਰਸ਼ਨ ਹੈ, ਉੱਥੇ ਸਾਡੇ ਕੋਲ ਉਹ ਹੈਚਡ ਲਾਈਨਾਂ ਹਨ। ਅਤੇ ਕਿਉਂਕਿ ਇਹ ਉਹ ਹੋਲ ਹੈ ਜੋ ਸਾਡੇ ਕੋਲ ਬੋਰ ਹੈ ਅਤੇ ਇੱਥੇ ਇੱਕ ਐਕਸਿਸ ਲਾਈਨ ਹੈ ਜੋ ਉਸ ਵਿੱਚੋਂ ਲੰਘਦੀ ਹੈ। ਕਿਉਂਕਿ ਇਹ ਹਾਫ ਸੈਕਸ਼ਨਲ ਰਿਪਰੈਜ਼ੈਂਟੇਸ਼ਨ ਹੈ, ਇਹ ਓਬਜੈਕਟ ਜੋ ਵੀ ਅਸੀਂ ਇਸ ਨੂੰ
ਨਕਸ਼ੇ ਵਿੱਚ ਸਲਾਈਸਿੰਗ ਕਰ ਰਹੇ ਹਾਂ। ਬਾਕੀ ਕੱਟ ਸੈਕਸ਼ਨ ਥਿੰਗ। ਇਸ ਲਈ ਤੁਹਾਡਾ ਕੱਟ ਸੈਕਸ਼ਨ ਤੁਸੀਂ ਸਿਰਫ ਉੱਥੋਂ ਹੀ ਦੇਖਣ ਦੀ ਇਹ ਪੋਜੀਸ਼ਨ ਵਿੱਚ ਹੋਵੋਗੇ। ਇਸ ਅਤੇ ਇਸ ਵਿੱਚ ਇੱਕ ਗੈਪ ਹੈ, ਇਸ ਲਈ ਜੋ ਵੀ ਕੱਟ ਸੈਕਸ਼ਨ ਸਾਡੇ ਕੋਲ ਹੈ ਉਹ ਅਸੀਂ ਹਾਂ ਉੱਥੇ ਵੇਖਣ ਦੇ ਯੋਗ। ਅਤੇ ਇਹ ਵਾਈਟ ਬਲੈਂਕ ਸਪੇਸ, ਉਹ ਵਾਈਟ ਬਲੈਂਕ ਸਪੇਸ ਉਹ ਹੈ। ਅਤੇ ਸਮੱਗਰੀ ਨੂੰ ਸਿਰਫ ਇੱਥੋਂ ਹਟਾਇਆ ਜਾਂਦਾ ਹੈ ਪਰ ਸੈਂਟਰ ਲਾਈਨ ਤੋਂ ਨਹੀਂ, ਇਸ ਲਈ ਸੈਂਟਰ ਲਾਈਨ ਤੋਂ ਤੁਹਾਡੇ ਕੋਲ ਬਾਟਮ ਸਾਈਡ ਵਾਲੀ ਓਬਜੈਕਟ ਹੁੰਦੀ ਹੈ ਜੋ ਅਸਲ ਵਿੱਚ ਇੱਕ ਸਮੱਗਰੀ ਵਾਂਗ ਬਾਹਰ ਆਉਂਦੀ ਹੈ, ਬਿਨਾਂ ਕਿਸੇ ਕੱਟ ਵਿਊ ਦੇ। ਇਸ ਤਰ੍ਹਾਂ ਦੀਆਂ ਓਬਜੈਕਟ ਜਾਂ ਵਿਊ ਨੂੰ ਅਸੀਂ ਹਾਫ ਸੈਕਸ਼ਨਲ ਵਿਊ ਕਹਿੰਦੇ ਹਾਂ। ਇਹ ਸਮੁੱਚੇ ਓਬਜੈਕਟ ਨੂੰ ਇਹ ਕਹਿੰਦੇ ਹੋਏ ਸਿੰਪਲ ਬਣਾਉਂਦਾ ਹੈ ਕਿ ਸਾਨੂੰ ਇਸ ਲਈ ਅਸਲ ਵਿੱਚ ਦਿਖਾਉਣ ਦੀ ਲੋੜ ਨਹੀਂ ਹੈ, ਜੋ ਇਸ ਸਾਈਡ ਵੀ ਸਿਮੈਟ੍ਰਿਕ ਹੋਵੇਗੀ। ਇਹ ਕਿਸੇ ਵੀ ਵਿਅਕਤੀ ਨਾਲ ਸੰਚਾਰ ਕਰਨ ਦਾ ਆਸਾਨ ਤਰੀਕਾ ਹੈ ਕਿ ਇੱਥੇ ਹੋਲ ਵੀ ਹੈ ਅਤੇ ਇਹ ਤੁਹਾਡੇ ਕੋਲ ਮੌਜੂਦ ਸਾਰੇ ਓਬਜੈਕਟ ਅਤੇ ਲੈਫਟ ਰਾਈਟ ਸਿਮੈਟਰੀ ਦੀ ਸਿਮੈਟ੍ਰਿਕ ਗਾਈਡ ਹੈ। ਅਤੇ ਇਸ ਪਾਰਟ ਨੂੰ ਦਿਖਾਉਣਾ ਕਾਫੀ ਚੰਗਾ ਹੈ। ਇਸ ਲਈ ਜਿਵੇਂ ਕਿ ਮੈਂ ਕਿਹਾ ਹੈ ਕਿ ਸਾਨੂੰ ਇਸ ਹਾਫ ਤੇ ਕੋਈ ਲੁਕਵੀਂ ਲਾਈਨ ਨਹੀਂ ਦਿਖਾਉਣੀ ਚਾਹੀਦੀ ਹੈ। ਅਤੇ ਹਾਫ ਅਤੇ ਐਰੋ ਦੀ ਦਿਸ਼ਾ ਨੂੰ ਵੰਡਣ ਵਾਲੀ ਇੱਕ ਸੈਂਟਰ ਲਾਈਨ ਹੋਣੀ ਚਾਹੀਦੀ ਹੈ, ਜੋ ਸਾਡੇ ਬਰਕਰਾਰ ਪੋਰਸ਼ਨ ਨੂੰ ਦਰਸਾਉਂਦੀ ਹੈ। ਹੁਣ ਆਓ ਦੁਬਾਰਾ ਇੱਕ ਹੋਰ ਓਬਜੈਕਟ ਨੂੰ ਚੁਣੀਏ। ਸਾਡੇ ਕੋਲ ਇਹ ਸਿਮੈਟ੍ਰਿਕ ਓਬਜੈਕਟ ਹੈ ਅਤੇ ਅਸੀਂ ਇਸ ਪਾਰਟ ਨੂੰ ਬਰਕਰਾਰ ਰੱਖਣਾ ਚਾਹੁੰਦੇ ਹਾਂ। ਇਸ ਪਾਰਟ ਨੂੰ ਹਟਾ ਦਿਓ। ਜੇਕਰ ਮੈਂ ਹਟਾ ਦਿੰਦਾ ਹਾਂ ਕਿ ਸਾਡੇ ਕੋਲ ਇਹ ਸਮੱਗਰੀ ਹੈ। ਸਮੱਗਰੀ ਉੱਥੇ ਹੈ, ਉਹ ਸਮੱਗਰੀ ਜੋ ਸਾਡੇ ਕੋਲ ਹੈ। ਉਹ ਇਹ ਹੈਚਡ ਲਾਈਨਾਂ ਹਨ। ਅਤੇ ਇਹ ਉੱਥੇ ਸਾਰੇ ਰਸਤੇ ਫੈਲਾਉਂਦੀਆਂ ਹਨ। ਅਤੇ ਇਹ ਉੱਥੇ ਸਾਰੇ ਰਸਤੇ ਫੈਲਾਉਂਦੀਆਂ ਹਨ। ਅਸੀਂ ਉਸ ਨੂੰ ਹੈਚਡ ਲਾਈਨਾਂ ਦੇ ਰੂਪ ਵਿੱਚ ਦਿਖਾ ਰਹੇ ਹਾਂ। ਹੁਣ ਇਹ ਇਸ ਤੇ ਨਕਸ਼ੇ ਕਰਦਾ ਹੈ ਤਾਂ ਕਿ ਤੁਹਾਡੇ ਕੋਲ ਇਹ ਸੈਂਟਰ ਲਾਈਨ ਹੋਵੇਗੀ ਅਤੇ ਇਹ ਸਮੱਗਰੀ ਪੇਸ਼ ਕੀਤੀ ਗਈ ਹੈ, ਇਸ ਲਈ ਸਾਡੇ ਕੋਲ ਕੋਈ ਲੁਕਵੀਂ ਲਾਈਨ ਨਹੀਂ ਹੈ। ਅਤੇ ਇਹ ਇਸ ਗੋਲ ਦਿਸ਼ਾ ਦੇ ਸਿਮੈਟ੍ਰਿਕ ਹੈ। ਹੁਣ ਆਓ ਇੱਕ ਹੋਰ ਵਿਊ ਨੂੰ ਵੇਖੀਏ, ਜਿਸ ਨੂੰ ਅਸੀਂ ਇੱਕ ਸਥਾਨ ਤੇ ਸੈਕਸ਼ਨਲ ਪਲੇਨ ਰੱਖਣ ਦੀ ਬਜਾਏ ਆਫਸੈਟ ਸੈਕਸ਼ਨ ਕਹਿੰਦੇ ਹਾਂ। ਜੇਕਰ ਸਾਡੇ ਕੋਲ ਉਸ ਮਸ਼ੀਨ ਐਲੀਮੈਂਟ ਦੇ ਇੰਟੀਰੀਅਰ ਪਾਰਟ ਨੂੰ ਦਰਸਾਉਣ ਲਈ ਓਬਜੈਕਟ ਵਿੱਚੋਂ ਲੰਘਣ ਵਾਲੇ ਕਈ ਪਲੇਨ ਹਨ ਤਾਂ ਅਸੀਂ ਇਸ ਆਫਸੈਟ ਸੈਕਸ਼ਨ ਨਾਲ ਜਾਂਦੇ ਹਾਂ। ਉਦਾਹਰਨ ਲਈ, ਸਾਡੇ ਕੋਲ ਇਹ ਬਰੈਕਟ ਹੈ। ਮੈਂ ਚਾਹਾਂਗਾ ਕਿ ਇੱਕ ਪਲੇਨ ਉਸ ਦਿਸ਼ਾ ਵਿੱਚ ਆਵੇ, ਫਿਰ ਉਸ ਓਬਜੈਕਟ ਵਿੱਚੋਂ ਲੰਘਦਾ ਹੈ। ਇਸ ਤਰ੍ਹਾਂ ਦਾ ਭਾਗ ਮੁੜ ਜਾਂਦਾ ਹੈ। ਜੇਕਰ ਅਜਿਹਾ ਹੋਵੇ ਤਾਂ ਮੈਂ ਇਸ ਨੂੰ ਰੱਖਣਾ ਚਾਹਾਂਗਾ। ਜੇਕਰ ਅਜਿਹਾ ਹੈ, ਜੇਕਰ ਮੈਂ ਉਸ ਦਿਸ਼ਾ ਵਿੱਚ ਐਰੋ ਦਰਸਾਉਂਦਾ ਹਾਂ ਜਿਸ ਦਾ ਮਤਲਬ ਹੈ ਕਿ ਇਸ ਪਾਰਟ ਨੂੰ ਬਰਕਰਾਰ ਰੱਖੋ। ਆਓ ਅਸੀਂ ਆਈਸੋਮੈਟ੍ਰਿਕ ਵੇ ਨਾਲ ਕੱਟ ਸੈਕਸ਼ਨਲ ਵਿਊ ਦੀ ਕਲਪਨਾ ਕਰੀਏ। ਇਸ ਲਈ ਜੇਕਰ ਅਸੀਂ ਟੌਪ ਵਿਊ ਤੋਂ ਦੇਖ ਰਹੇ ਹਾਂ ਤਾਂ ਇਸ ਪਾਰਟ ਨੂੰ ਬਰਕਰਾਰ ਰੱਖੋ। ਇਸ ਪਾਰਟ ਨੂੰ ਬਰਕਰਾਰ ਰੱਖੋ, ਇਸ ਨੂੰ ਹਟਾਓ। ਇਸ ਲਈ ਆਈਸੋਮੈਟ੍ਰਿਕ ਲੈਵਲ ਤੇ ਅਸੀਂ ਇਸ ਸਾਇਆਨ ਰੰਗ ਨੂੰ ਹਟਾਉਣਾ ਚਾਹੁੰਦੇ ਹਾਂ ਅਤੇ ਨੀਲੇ ਰੰਗ ਨੂੰ ਬਰਕਰਾਰ ਰੱਖਣਾ ਚਾਹੁੰਦੇ ਹਾਂ। ਜੇਕਰ ਅਸੀਂ ਅਜਿਹਾ ਕਰਦੇ ਹਾਂ ਕਿ ਕੱਟ ਸੈਕਸ਼ਨਲ ਵਿਊ ਆਫਸੈਟ ਕੱਟ ਸੈਕਸ਼ਨਲ ਵਿਊ ਜੋ ਅਸੀਂ ਦੇਖਾਂਗੇ ਉਹ ਇਸ ਵਿੱਚੋਂ ਇੱਕ ਪਲੇਨ ਲੰਘਣ ਕਾਰਨ ਹੈ। ਇਹ ਪਾਰਟ ਮਟੀਰੀਅਲ ਐਲੀਮੈਂਟ ਮੰਨਿਆ ਜਾਂਦਾ ਹੈ ਅਤੇ ਇਹ ਪ੍ਰੋਜੈਕਟਡ ਵਿਊ ਹਨ। ਇਸ ਲਈ ਸਾਨੂੰ ਹਟਾਉਣ ਤੋਂ ਬਾਅਦ ਸਾਨੂੰ ਇਸ ਦਿਸ਼ਾ ਵਿੱਚ ਕਲਪਨਾ ਕਰਨੀ ਪਵੇਗੀ। ਇਹ ਸਾਰੇ ਪਾਰਟ ਉਦੋਂ ਪੇਸ਼ ਕੀਤੇ ਜਾਣਗੇ
ਜਦੋਂ ਸਾਡੇ ਕੋਲ ਇਸ ਕਾਇੰਡ ਦੀ ਪ੍ਰੋਜੈਕਸ਼ਨ ਹੁੰਦੀ ਹੈ, ਅਸੀਂ ਉੱਥੇ ਕੋਈ ਮਟੀਰੀਅਲ ਨਹੀਂ ਹਟਾਇਆ, ਉੱਥੇ ਕੋਈ ਮਟੀਰੀਅਲ ਨਹੀਂ ਹਟਾਈ ਜਾਂਦੀ। ਇਹ ਇੱਕ ਬੋਰ ਵਾਂਗ ਹੈ। ਅਤੇ ਇਸ ਪਾਰਟ ਵਿੱਚ ਸਾਡੇ ਕੋਲ ਮਟੀਰੀਅਲ ਹੋਵੇਗਾ। ਇਸ ਪਾਰਟ ਵਿੱਚ ਸਾਡੇ ਕੋਲ ਮਟੀਰੀਅਲ ਹੋਵੇਗਾ। ਹੁਣ, ਦੁਬਾਰਾ ਸਾਡੇ ਕੋਲ ਉੱਥੇ ਸਾਰੇ ਰਸਤੇ ਲੰਘਣ ਲਈ ਇੱਕ ਹੋਲ ਹੋਵੇਗਾ। ਸਾਡੇ ਕੋਲ ਇਹ ਨਿਰੰਤਰ ਲਾਈਨਾਂ ਹਨ। ਮਟੀਰੀਅਲ ਹੋਵੇਗਾ ਇਸ ਲਈ ਮੌਜੂਦ ਹੈ ਤਾਂ ਇਹ ਦੁਬਾਰਾ ਇੱਥੇ ਆ ਜਾਂਦੀ ਹੈ। ਮਟੀਰੀਅਲ ਨੂੰ ਹਟਾਇਆ ਨਹੀਂ ਜਾਂਦਾ ਹੈ ਇਸ ਲਈ ਮਟੀਰੀਅਲ ਨੂੰ ਹਟਾਇਆ ਨਹੀਂ ਜਾਂਦਾ ਹੈ। ਇਸ ਲਈ ਪ੍ਰੋਜੈਕਟਡ ਵਿਊ ਨੂੰ ਸਾਨੂੰ ਅਸਲ ਵਿੱਚ ਉਸ ਓਬਜੈਕਟ ਤੇ ਦੇਖਣਾ ਪੈਂਦਾ ਹੈ। ਹੁਣ, ਜੇ ਮੇਰੇ ਕੋਲ ਇਹ ਮਸ਼ੀਨ ਐਲੀਮੈਂਟ ਹੈ, ਕੀ ਤੁਸੀਂ ਵੱਖ-ਵੱਖ ਪਲੇਨ ਤੇ ਆਫਸੈਟ ਸੈਕਸ਼ਨ ਦਾ ਅੰਦਾਜ਼ਾ ਲਗਾ ਸਕਦੇ ਹੋ? ਉਦਾਹਰਨ ਲਈ, ਮੈਂ ਇਸ ਤਰ੍ਹਾਂ ਦਾ ਕੁਝ ਲੈਣਾ ਚਾਹਾਂਗਾ, ਜੋ ਦੁਬਾਰਾ ਇਸ ਵਿੱਚੋਂ ਲੰਘਦਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਕਿਵੇਂ ਦਿਖਾਈ ਦਿੰਦਾ ਹੈ? ਜੇਕਰ ਮੇਰੇ ਕੋਲ ਇਸ ਪਾਸ ਵਰਗਾ ਕੁਝ ਹੈ, ਤਾਂ ਉਸ ਦਿਸ਼ਾ ਵਿੱਚ ਆਉਂਦਾ ਹੈ। ਉਸ ਪਾਰਟ ਨੂੰ ਬਰਕਰਾਰ ਰੱਖੋ, ਉਸ ਪਾਰਟ ਨੂੰ ਬਰਕਰਾਰ ਰੱਖੋ, ਅਤੇ ਇਸ ਨੂੰ ਹਟਾਓ ਕਿ ਇਹ ਕਿਵੇਂ ਦਿਖਾਈ ਦਿੰਦਾ ਹੈ। ਜੇਕਰ ਮੇਰੇ ਕੋਲ ਇਸ ਤਰੀਕੇ ਨਾਲ ਇੱਕ ਪਲੇਨ ਹੈ, ਤਾਂ ਉਸ ਵਿੱਚੋਂ ਲੰਘੋ, ਅਤੇ ਦੁਬਾਰਾ ਉਸ ਵਿੱਚੋਂ ਲੰਘੋ ਕਿ ਇਹ ਉਹਨਾਂ ਆਪੋਜ਼ਿਟ ਸੈਕਸ਼ਨ ਦਾ ਅੰਦਾਜ਼ਾ ਲਗਾਉਣ ਵਰਗਾ ਲੱਗਦਾ ਹੈ। ਇਸ ਲਈ ਉਦਾਹਰਨ ਲਈ, ਜੇਕਰ ਅਸੀਂ ਉਦਾਹਰਨ ਲਈ ਵੱਖ-ਵੱਖ ਪਲੈਨਾਂ ਤੇ ਹਾਫ ਸੈਕਸ਼ਨ ਲੈ ਰਹੇ ਹਾਂ ਤਾਂ ਮੈਂ ਇਹ ਸੈਕਸ਼ਨ ਨੂੰ ਪਾਸ ਕਰਨਾ ਚਾਹੁੰਦਾ ਹਾਂ। ਇਸ ਲਈ ਇਸ ਹੋਲ ਤੋਂ ਉੱਪਰ ਜਾਣਾ ਹੈ, ਦੁਬਾਰਾ ਉਸ ਦਿਸ਼ਾ ਵਿੱਚ ਆਉਣਾ ਹੈ, ਉਸ ਹੋਲ ਵਿੱਚੋਂ ਲੰਘਣਾ ਹੈ, ਅਤੇ ਇਸ ਤਰ੍ਹਾਂ ਜਾਂਦਾ ਹੈ। ਇਹ ਪਲੇਨ ਮੈਂ ਅਸਲ ਵਿੱਚ ਇੱਕ ਵਰਗਾ ਦਿਖਾਈ ਦੇਣਾ ਚਾਹੁੰਦਾ ਹਾਂ। ਦੂਜਾ, ਮੈਂ ਉਸ ਵਿੱਚੋਂ ਲੰਘਣਾ ਚਾਹਾਂਗਾ ਜੋ ਉਸ ਦਿਸ਼ਾ ਵਿੱਚ ਆਉਂਦਾ ਹੈ, ਦੁਬਾਰਾ ਉਸ B ਵਿੱਚੋਂ ਲੰਘਣਾ। ਇਸੇ ਤਰ੍ਹਾਂ, ਮੈਂ ਇਸ ਸੈਕਸ਼ਨ ਨੂੰ ਇਸ ਤਰੀਕੇ ਨਾਲ ਪਾਸ ਕਰਨਾ ਚਾਹੁੰਦਾ ਹਾਂ ਕਿ ਇਹ C ਕਿਵੇਂ ਜਾਂਦਾ ਹੈ। ਇਹ ਸੈਕਸ਼ਨਲ ਵਿਊ ਹਨ, ਮੈਂ ਇਸ ਨੂੰ ਅਸਲ ਵਿੱਚ ਡਰਾ ਕਰਨਾ ਚਾਹਾਂਗਾ। ਇਸ ਲਈ ਆਓ ਸੈਕਸ਼ਨ A ਦੇ ਸੋਲਿਊਸ਼ਨ ਨੂੰ ਵੇਖੀਏ। ਜੇਕਰ ਮੈਂ ਚੁਣ ਰਿਹਾ ਹਾਂ, ਜੇਕਰ ਮੈਂ ਇਹ ਦਰਸਾਉਂਦਾ ਹਾਂ ਕਿ ਜਿੱਥੇ ਵੀ ਹੈਚਿੰਗ ਹੁੰਦੀ ਹੈ ਸਾਡੇ ਕੋਲ ਇਹ ਮਟੀਰੀਅਲ ਪੋਰਸ਼ਨ ਹੋਣਗੇ, ਅਤੇ ਉਹ ਸਥਾਨ ਜਿੱਥੇ ਵੱਡੇ ਪੋਰਸ਼ਨ ਅਸੀਂ ਕੋਈ ਮਟੀਰੀਅਲ ਨਹੀਂ ਹਟਾਈ ਹੈ, ਉਹ ਪੋਰਸ਼ਨ ਬਲੈਂਕ ਛੱਡ ਦਿੱਤਾ ਜਾਵੇਗਾ। ਸਿਮਿਲਰਲੀ, ਸੈਕਸ਼ਨ B, ਜੇਕਰ ਅਸੀਂ ਇਸ ਨੂੰ ਇਸ ਰਾਹੀਂ ਪ੍ਰਾਪਤ ਕਰ ਰਹੇ ਹਾਂ ਤਾਂ ਇਹ ਇਸ ਤਰ੍ਹਾਂ ਦਿਖਾਈ ਦਿੰਦਾ ਹੈ ਕਿ ਇਹ ਇਸ ਨੂੰ ਦਰਸਾਉਂਦਾ ਹੈ, ਅਤੇ ਇਹ ਉਸ ਸੈਕਸ਼ਨ C ਨੂੰ ਦਰਸਾਉਂਦਾ ਹੈ। ਇਹ ਉਹ ਸੈਕਸ਼ਨ ਹੈ ਜੋ ਅਸੀਂ ਚਾਹੁੰਦੇ ਹਾਂ ਕਿ ਹੇਠਾਂ ਇੱਕ ਹੋਲ ਹੈ, ਹੇਠਾਂ ਇੱਕ ਹੋਲ ਹੈ, ਅਤੇ ਸਾਡੇ ਕੋਲ ਇੱਕ ਸਲਾਟ ਵਰਗਾ ਕੁਝ ਹੈ, ਜੋ ਸਾਰਾ ਸਮਾਂ ਹੇਠਾਂ ਵੱਲ ਜਾ ਰਿਹਾ ਹੈ। ਸਾਡੇ ਕੋਲ ਇਹ ਹੈ, ਅਤੇ ਸਾਡੇ ਕੋਲ ਇਹ ਹੋਲ ਹੈ, ਜੋ ਅਸੀਂ ਇਸ ਨੂੰ ਇਸ ਤਰੀਕੇ ਨਾਲ ਦਿਖਾਉਣ ਜਾ ਰਹੇ ਹਾਂ। ਇਹ ਸੈਕਸ਼ਨ ਅਸਲ ਵਿੱਚ ਇਸ ਤਰ੍ਹਾਂ ਦਿਖਾਈ ਦਿੰਦਾ ਹੈ, ਜਦੋਂ ਅਸੀਂ ਅਸਲ ਵਿੱਚ ਇਸ ਨੂੰ ਉਸ ਦਿਸ਼ਾ ਵਿੱਚ ਦੇਖ ਰਹੇ ਹੁੰਦੇ ਹਾਂ। ਹੁਣ ਆਓ ਉਦਾਹਰਨ ਲਈ ਘੁੰਮਦੇ ਸੈਕਸ਼ਨ ਨੂੰ ਵੇਖੀਏ। ਜੇਕਰ ਮੇਰੇ ਕੋਲ ਇੱਕ ਓਬਜੈਕਟ ਹੈ ਜਿਸ ਵਿੱਚ ਦੋ ਮਟੀਰੀਅਲ ਹਨ, ਇਹ ਇੱਕ ਪੈਂਡੂਲਮ ਕਾਇੰਡ ਦੀ ਥਿੰਗ ਵਰਗੀ ਹੈ ਜੋ ਸਵਿੰਗ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਅਤੇ ਇਹ ਇੱਕ ਦੂਜੇ ਨਾਲ ਜੁੜੇ ਹੋਏ ਹਨ। ਹੁਣ, ਅਸੀਂ ਚਾਹੁੰਦੇ ਹਾਂ ਕਿ ਇਹ ਸੈਕਸ਼ਨ ਉਸ ਵਿੱਚੋਂ ਲੰਘਦਾ ਹੋਵੇ, ਅਤੇ ਉਸ ਤਰੀਕੇ ਨਾਲ ਵੀ ਲੰਘਦਾ ਹੋਵੇ। ਉਸ ਪਲੇਨ
ਦੇ ਨਾਲ ਸਲਾਇਸ ਉਸ ਪਲੇਨ ਦੇ ਨਾਲ ਉਸ ਸਲਾਇਸ ਨੂੰ ਹਟਾਓ। ਉਸ ਨੂੰ ਹਟਾਓ ਅਤੇ ਇਸ ਨੂੰ ਰੱਖੋ। ਜਦੋਂ ਸਾਡੇ ਕੋਲ ਇਸ ਕਾਇੰਡ ਦਾ ਆਬਜੈਕਟ ਹੁੰਦਾ ਹੈ ਤਾਂ ਅਸੀਂ ਇਸ ਮਟੀਰੀਅਲ ਨੂੰ ਕੱਟ ਰਹੇ ਹੁੰਦੇ ਹਾਂ, ਇਸ ਲਈ ਇਸ ਨੂੰ ਹੈਚਡ ਲਾਈਨਾਂ ਦੁਆਰਾ ਦਿਖਾਓ। ਹੁਣ ਇਸ ਆਬਜੈਕਟ ਨੂੰ ਅਸੀਂ ਹਟਾਉਂਦੇ ਹਾਂ, ਪਰ ਅਸੀਂ ਅਸਲ ਵਿੱਚ ਇਹ ਦੇਖਣਾ ਚਾਹੁੰਦੇ ਹਾਂ ਕਿ ਪ੍ਰੋਜੈਕਸ਼ਨ ਪਲੇਨ ਤੇ ਇਸ ਲਈ ਅਸੀਂ ਕੀ ਕਰਦੇ ਹਾਂ। ਇਸ ਸਮੁੱਚੇ ਮਟੀਰੀਅਲ ਨੂੰ ਹਟਾਉਣ ਤੋਂ ਬਾਅਦ ਅਸੀਂ ਇਸ ਨੂੰ ਸਾਰੇ ਤਰੀਕੇ ਨਾਲ ਘੁਮਾਉਂਦੇ ਹਾਂ ਕਿਉਂਕਿ ਅਸੀਂ ਇਸ ਦਿਸ਼ਾ ਵਿੱਚ ਇੱਕ ਪੂਰਨ ਵਿਊ ਵਰਗਾ ਕੁਝ ਦੇਖਣਾ ਚਾਹੁੰਦੇ ਹਾਂ। ਜੇਕਰ ਮੈਂ ਸਿੱਧੇ ਪਾਸੇ ਦੇ ਵਿਊ ਤੋਂ ਦੇਖ ਰਿਹਾ ਹਾਂ ਤਾਂ ਇਹ ਇਸ ਪੋਰਸ਼ਨ ਤੱਕ ਹੋਵੇਗਾ, ਅਸੀਂ ਦੇਖਣ ਦੀ ਪੋਜੀਸ਼ਨ ਵਿੱਚ ਹੋਵਾਂਗੇ। ਪਰ ਸਾਨੂੰ ਇਸ ਬਾਰੇ ਇਨਫੋਰਮੇਸ਼ਨ ਨਹੀਂ ਹੋਵੇਗੀ ਕਿ ਇਹ ਕਿੰਨਾ ਵੱਡਾ ਜਾਂ ਲੰਬਾ ਹੈ। ਇਸ ਪਰਪਸ ਲਈ ਅਸੀਂ ਇਹ ਜਾਣ ਕੇ ਕੀ ਕਰਦੇ ਹਾਂ, ਇਹ ਘੁੰਮਣ ਵਾਲੇ ਸੈਕਸ਼ਨ ਦੇ ਰੂਪ ਵਿੱਚ ਹੈ। ਅਸੀਂ ਇਸ ਆਬਜੈਕਟ ਨੂੰ ਹੇਠਾਂ ਵੱਲ ਘੁਮਾਉਂਦੇ ਹਾਂ, ਉਸ ਪੋਰਸ਼ਨ ਨੂੰ ਹਟਾ ਕੇ ਦਿਖਾਉਂਦੇ ਹਾਂ। ਜੇਕਰ ਤੁਸੀਂ ਇਸ ਪ੍ਰੋਜੈਕਸ਼ਨ ਲਾਈਨਾਂ ਨੂੰ ਦੇਖ ਰਹੇ ਹੋ ਜੋ ਵੀ ਉਹ ਲਾਈਨ ਘੁੰਮਣ ਤੋਂ ਬਾਅਦ ਇਹ ਪਾਰਟ ਉਸ ਪਾਰਟ ਨਾਲ ਮੇਲ ਖਾਂਦਾ ਹੈ, ਉਸ ਪਾਰਟ ਨੂੰ ਘੁਮਾਉਣ ਤੋਂ ਬਾਅਦ ਇਹ ਦਰਸਾਉਂਦਾ ਹੈ ਕਿ ਇਹ ਮੇਲ ਖਾਂਦਾ ਹੈ, ਤਾਂ ਸਾਡੇ ਕੋਲ ਕੁਝ ਅਰਥਾਂ ਵਿੱਚ ਹੋਵੇਗਾ ਉਸ ਆਬਜੈਕਟ ਦੀ ਅਸਲ ਇਨਫੋਰਮੇਸ਼ਨ ਕੀ ਹੈ, ਨਾ ਕਿ ਉਸ ਤਰੀਕੇ ਨਾਲ ਪੇਸ਼ ਕੀਤੀ ਗਈ ਤਾਂ ਕਿ ਅਸੀਂ ਅਸਲ ਵਿੱਚ ਡ੍ਰਿਲਡ ਹੋਲ ਦਾ ਆਕਾਰ ਅਤੇ ਹੋਰ ਇੰਟੀਰੀਅਰ ਵੇਰਵਿਆਂ ਨੂੰ ਵੇਖਣ ਦੀ ਸਥਿਤੀ ਵਿੱਚ ਹੋਵਾਂਗੇ। ਜੇਕਰ ਸਾਡੇ ਕੋਲ ਇਸ ਤਰ੍ਹਾਂ ਦੇ ਆਬਜੈਕਟ ਹਨ ਜਿਨ੍ਹਾਂ ਨੂੰ ਅਸੀਂ ਘੁੰਮਦੇ ਸੈਕਸ਼ਨ ਕਹਿੰਦੇ ਹਾਂ। ਅੱਜ ਦੀ ਕਲਾਸ ਵਿੱਚ ਅਸੀਂ ਪੂਰੇ ਸੈਕਸ਼ਨ ਦੇ ਵੇਰਵੇ ਹਾਫ ਸੈਕਸ਼ਨ ਬਾਰੇ ਸਿੱਖਿਆ ਹੈ। ਆਫਸੈਟ ਸੈਕਸ਼ਨ ਅਤੇ ਘੁੰਮਣ ਵਾਲੇ ਸੈਕਸ਼ਨ। ਅਗਲੀ ਕਲਾਸ ਵਿੱਚ ਅਸੀਂ ਰਿਬ ਅਤੇ ਵੈਬ ਸੈਕਸ਼ਨਾਂ, ਅਲਾਈਨ ਸੈਕਸ਼ਨ, ਟੁੱਟੇ ਹੋਏ, ਹਟਾਏ ਗਏ ਅਤੇ ਮਸ਼ੀਨ ਐਲੀਮੈਂਟ ਬਾਰੇ ਸਿੱਖਾਂਗੇ। ਧੰਨਵਾਦ।